ਅਮਰੀਕਾ ਦਾ ਜਿਹੜਾ ਯੂਥ ਹੈ ਉਹ ਮਿਊਜ਼ਿਕ ਲਵਰ ਹੈ। ਜੇਕਰ ਤੁਸੀਂ ਗਾਣੇ ਵਧੀਆ ਨਾ ਚਲਾਓ ਲੋਕੀ ਵੀ ਨਾਰਾਜ਼ ਵੀ ਹੋ ਜਾਂਦੇ ਆ। ਬੰਦਾ ਜਦੋਂ ਵੀ ਮੈਂ ਨਵਾਂ ਟ੍ਰਾਂਜੀਸ਼ਨ ਹੋਣ ਲੱਗੀ ਤਾਂ ਹੀ ਵਾਸ ਗੈਟਿੰਗ ਐਕਸਾਈਟਡ ਕਿ ਮੇਰਾ ਗਾਣਾ ਲੱਗ ਗਿਆ ਐਂਡ ਦੈਨ ਬੂਮ ਨਹੀਂ ਵੱਜਿਆ। ਕਹਿੰਦੇ ਮੇਰਾ ਹੁਣੇ ਤੂੰ ਲਾ ਦੇ ਗਾਣਾ। ਮੈਂ ਕਿਹਾ ਮੈਂ ਹੁਣੇ ਨਹੀਂ ਲਾ ਸਕਦਾ, ਆਮ ਪਲੇਇੰਗ ਦਿਸ ਸੌਂਗ, ਲੈਟ ਇਟ ਫਿਨਿਸ਼, 2 ਮਿੰਟ ਰਹਿ ਗਏ ਨੇ ਔਰ ਹੀ ਜਸਟ ਪੰਚਡ ਮੀ ਔਨ ਮਾਈ ਫੇਸ। ਮਿਊਜ਼ਿਕ ਜਿਹੜਾ ਹੈ ਨਾ ਬੜਾ ਇਟਸ ਅ ਵੈਰੀ ਸਬਜੈਕਟਿਵ ਮੈਟਰ, ਇਹ ਲੋਕਾਂ ਨੂੰ ਕਾਫੀ ਪਰਸਨਲ ਲੈਵਲ ਤੇ ਟੱਚ ਕਰਦਾ ਹੈ। ਪੰਜਾਬੀ ਮਿਊਜ਼ਿਕ ਤੇ ਅਮਰੀਕਨਸ ਦਾ ਕੀ ਰਿਐਕਸ਼ਨ ਆਉਂਦਾ ਸਾਹਮਣੇ? ਪੰਜਾਬੀ ਮਿਊਜ਼ਿਕ ਇਜ਼ ਵੈਰੀ ਯੂਨੀਕ, it's not a regular music because appa use we told we use tumbiyan, we use our own instruments. Ohi music we play for American people who are already established, they get excited. DJ ਲਈ ਕਿੰਨਾ ਮੁਸ਼ਕਿਲ ਹੁੰਦਾ ਹੈ AI ਨੂੰ ਚੂਜ਼ ਕਰਨਾ, ਕਿਉਂਕਿ ਅੱਜ easy ਵੀ ਬਹੁਤ ਹੈ। There are AI tools out there, they will create a lot of set for you, but the whole idea of DJing, right, you need to have your unique identity. ਸਿੱਧੂ ਮੂਸੇਵਾਲਾ ਜਾਂ ਕਰਨ ਔਜਲਾ? ਸਿੱਧੂ ਨੂੰ ਕਰਦੇ ਸੀ, ਹੁਣ ਕਰਨ ਨੂੰ ਕਰਦੇ ਆ। DJ ਲਾਈਫ ਫਨ ਹੈ ਜਾਂ ਸਟ੍ਰੈਸ? Fun while being stressed. ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਹਾਂ ਭਲਿੰਦਰ ਸਿੰਘ ਵਿਰਮਾਨੀ। ਪ੍ਰੋਗਰਾਮ ਸਿੱਖ ਹਾਈ ਫਲਾਇਰ ਵਿੱਚ ਇੱਕ ਵਾਰ ਫਿਰ ਤੁਹਾਡਾ ਬਹੁਤ ਸਵਾਗਤ ਹੈ। ਇਸ ਸਮੇਂ ਮੈਂ ਪਹੁੰਚਿਆ ਹੋਇਆ ਅਮਰੀਕਾ ਦੇ ਬੇहद ਖੂਬਸੂਰਤ ਸਟੇਟ ਨਾਰਥ ਕੈਰੋਲਾਈਨਾ ਦੇ ਸ਼ਹਿਰ ਅਤੇ ਕੈਪੀਟਲ ਰਾਲੇ ਵਿੱਚ। ਉਂਝ ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਿੱਖ ਹਾਈ ਫਲਾਇਰ ਪ੍ਰੋਗਰਾਮ ਦੇ ਜ਼ਰੀਏ ਉਹਨਾਂ ਲੋਕਾਂ ਨੂੰ ਤੁਹਾਡੇ ਸਨਮੁਖ ਕੀਤਾ ਜਾਏ ਜਿਨ੍ਹਾਂ ਨੇ ਸਿੱਖੀ ਵਿੱਚ ਰਹਿੰਦਿਆਂ ਅਲੱਗ-ਅਲੱਗ ਪ੍ਰੋਫੈਸ਼ਨ ਨੂੰ ਚੂਜ਼ ਕੀਤਾ ਅਤੇ ਅੱਜ ਆਪਣਾ ਨਾਮ ਬੁਲੰਦੀਆਂ 'ਤੇ ਪਹੁੰਚਾਇਆ ਹੋਇਆ। ਔਰ ਅੱਜ ਜਦੋਂ ਅਸੀਂ ਰਾਲੇ ਵਿੱਚ ਹਾਂ ਤਾਂ ਇੱਥੇ ਇੱਕ ਅਜਿਹੇ ਤੁਹਾਨੂੰ ਸਿੱਖ ਨਾਲ ਅਸੀਂ ਮਿਲਵਾਉਂਦੇ ਹਾਂ ਜਿਨ੍ਹਾਂ ਨੇ ਦਸਤਾਰ ਰੱਖਦਿਆਂ ਇੱਕ ਅਜਿਹੇ ਪ੍ਰੋਫੈਸ਼ਨ ਨੂੰ ਚੂਜ਼ ਕੀਤਾ ਹੈ ਜਿਹਦੇ ਵਿੱਚ ਵੱਖ-ਵੱਖ ਕਮਿਊਨਿਟੀਜ਼ਾਂ ਨੂੰ ਮਿਲਦੇ ਨੇ, ਵੱਖ-ਵੱਖ ਕਮਿਊਨਿਟੀਜ਼ ਦੇ ਲੋਕਾਂ ਨਾਲ ਉਹ ਗੱਲਬਾਤ ਕਰਦੇ ਨੇ ਅਤੇ ਉਹਨਾਂ ਨੂੰ ਨਚਾਉਂਦੇ ਵੀ ਨੇ। ਜੀ ਹਾਂ, ਤੁਸੀਂ ਠੀਕ ਸੋਚਿਆ ਕਿ ਅੱਜ ਸਾਡੇ ਨਾਲ ਮੌਜੂਦ ਨੇ ਇੱਕ DJ। ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਤਾਰੂਫ ਤੁਹਾਡੇ ਨਾਲ ਕਰਾਉਂਦੇ ਹਾਂ। ਸਰਦਾਰ ਬਿਨਿੰਦਰ ਸਿੰਘ ਸਾਡੇ ਨਾਲ ਮੌਜੂਦ ਨੇ। ਬਿਨਿੰਦਰ ਜੀ, ਬਹੁਤ ਸਵਾਗਤ ਔਰ ਬਹੁਤ ਸ਼ੁਕਰੀਆ ਸਾਨੂੰ ਆਪਣਾ ਕੀਮਤੀ ਸਮਾਂ ਦੇਣ ਦੇ ਲਈ। Thank you Virmani ji for having me on the show. ਮੇਰਾ ਨਾਮ ਹੈ ਬਿਨਿੰਦਰ ਤੰਜੋ, I go by DJ Benny ਤੇ ਮੇਰਾ ਇੱਥੇ ਫੁੱਲ ਟਾਈਮ ਕੰਮ ਹੈ DJ ਦਾ and I've been DJing here for 10 years now. ਬਹੁਤ ਵਧੀਆ ਗੱਲ ਹੈ ਕਿ ਤੁਸੀਂ ਪਿਛਲੇ 10 ਸਾਲਾਂ ਤੋਂ ਲਗਾਤਾਰ ਲੋਕਾਂ ਨੂੰ ਨਚਾਉਂਦੇ ਰਹੇ ਹੋ ਆਪਣੀਆਂ ਉਂਗਲੀਆਂ ਤੇ, ਆਪਣੇ ਇੰਸਟਰੂਮੈਂਟਸ ਦੇ ਜ਼ਰੀਏ। ਪਰ DJ ਲਾਈਫ ਨੇ ਤੁਹਾਨੂੰ ਚੂਜ਼ ਕੀਤਾ ਜਾਂ ਤੁਸੀਂ DJ ਨੂੰ ਚੂਜ਼ ਕੀਤਾ? ਮੈਂ ਚਾਹੁੰਦਾ ਸੀ ਮੈਂ ਚੂਜ਼ ਕਰਾਂ DJ ਨੂੰ, ਬਟ what it ended was DJ chose me. ਇਹ ਜਿਹੜਾ ਪ੍ਰੋਫੈਸ਼ਨ ਹੈ ਕਾਫੀ ਇਟਸ ਅ ਵੈਰੀ ਯੂਨੀਕ ਪ੍ਰੋਫੈਸ਼ਨ। ਅਸੀਂ ਸ਼ੋਅ 'ਤੇ ਗੱਲਾਂ ਕਰਾਂਗੇ ਇਹਦੇ ਬਾਰੇ, ਬਟ ਜਦੋਂ ਮੈਂ ਸ਼ੁਰੂ ਕੀਤਾ ਸੀ ਮੈਂ ਤੇ ਹੂੰ ਇੰਜੀਨੀਅਰ, ਆਈ ਵਾਜ਼ ਇੰਜੀਨੀਅਰ ਐਂਡ ਸਮਹਾਓ ਆਈ ਗੋਟ ਇਨਟੂ DJing. I don't know how I ended up here, but I'm here now as a DJ. ਬਿਲਕੁਲ, ਬਹੁਤ ਵਧੀਆ ਗੱਲ ਹੈ ਕਿਉਂਕਿ DJ ਦਾ ਪ੍ਰੋਫੈਸ਼ਨ ਜਿਹੜਾ ਹੈਗਾ ਬੜਾ ਅਜਿਹਾ ਪ੍ਰੋਫੈਸ਼ਨ ਹੈ ਜਿਹਦੇ ਵਿੱਚ ਤੁਹਾਨੂੰ ਸਿੱਧਾ ਲੋਕਾਂ ਨਾਲ ਰਾਬਤਾ ਕਾਇਮ ਕਰਨਾ ਪੈਂਦਾ ਔਰ ਜੇਕਰ ਤੁਸੀਂ ਗਾਣੇ ਵਧੀਆ ਨਾ ਚਲਾਓ ਤਾਂ ਲੋਕੀ ਵੀ ਨਾਰਾਜ਼ ਵੀ ਹੋ ਜਾਂਦੇ ਆ। ਕੀ ਕਹੋਗੇ? ਗੱਲ ਤਾਂ ਸਹੀ ਹੈ, ਤੁਸੀਂ ਗਾਣੇ ਨਹੀਂ ਵਜਾਓਗੇ ਤਾਂ ਪੀਪਲ ਵਿਲ ਬੀ ਐਂਗਰੀ, ਕਿਉਂਕਿ ਮਿਊਜ਼ਿਕ ਜਿਹੜਾ ਹੈ ਨਾ ਬੜਾ ਇਟਸ ਅ ਵੈਰੀ ਸਬਜੈਕਟਿਵ ਮੈਟਰ। ਹਾਂਜੀ, ਇਹ ਲੋਕਾਂ ਨੂੰ ਕਾਫੀ ਪਰਸਨਲ ਲੈਵਲ ਤੇ ਟੱਚ ਕਰਦਾ ਹੈ। ਸਾਰੇ ਲੋਕਾਂ ਦਾ ਬਿਲੀਫ ਸਿਸਟਮ ਇਜ਼ ਵਿਦ ਮਿਊਜ਼ਿਕ। ਜਦ ਆਪਣੀ ਕੌਮ ਵੀ ਲਾਈਕ ਵੀ ਆਰ ਵੈਰੀ ਮਚ ਐਸੋਸੀਏਟ ਵਿਦ ਮਿਊਜ਼ਿਕ ਐਂਡ ਦੈਟਸ ਪ੍ਰੋਬਬਲੀ ਵਾਈ ਮੈਂ ਵੀ ਮਿਊਜ਼ਿਕ ਵਿੱਚ ਵੜ ਗਿਆ ਸੀ, ਬਿਕੋਜ਼ ਇਟ ਵਾਜ਼ ਆਈ ਵੁੱਡ ਐਸੋਸੀਏਟ ਮਾਈਸੈਲਫ ਵਿਦ ਮਿਊਜ਼ਿਕ। ਜਦੋਂ ਛੋਟਾ ਹੁੰਦਾ ਸੀ ਕਾਫੀ ਲਿਸਨ ਟੂ ਆਲ ਕਾਈਂਡ ਆਫ ਸੌਂਗਸ। ਆਈ ਵਾਜ਼ ਬੋਰਨ ਇਨ ਬੰਬੇ ਦੇ ਉੱਤੇ ਥਾਣੇ ਕਰਕੇ ਸਟ੍ਰੇਟ ਆਊਟਸਾਈਡ ਬੰਬੇ। ਸੋ to me it was music was everything to me in one way. ਜਦੋਂ ਤੇ ਮੈਂ ਵੀ ਜਦੋਂ ਮੈਂ realize ਕੀਤਾ ਕਿ I should be doing music, I was already doing it. So yeah, definitely you cannot you definitely have to give people what they want to hear. So it becomes a little challenging subject sometimes, but it's fun end of the day. ਪਰ ਤੁਸੀਂ DJ ਵਿੱਚ ਆਏ ਕਿਵੇਂ? ਕੀ ਤੁਸੀਂ ਸ਼ੁਰੂ ਤੋਂ ਸੋਚਿਆ ਹੋਇਆ ਸੀ ਕਿ ਮੈਂ DJ ਪਲੇਅਰ ਬਣਨਾ ਹੈ? ਮੈਂ ਇੱਦਾਂ ਸੋਚਿਆ ਤਾਂ ਨਹੀਂ ਸੀ ਕਦੀ, ਬਿਕੋਜ਼ ਜਿੱਦਾਂ ਮੇਰਾ ਕੀ ਹੋਇਆ ਸੀ ਕਿ ਮੈਂ ਸੀ ਤੇ ਜਿੱਦਾਂ ਮੇਰਾ ਪੂਰੀ ਕਾਰਪੋਰੇਟ ਜੌਬ ਸੀ ਅਮਰੀਕਾ ਵਿੱਚ, ਰਾਈਟ। I moved here doing like working for corporates and regular day to 9 to 5 kind of thing. ਹੋਇਆ ਕੀ ਸੀ ਕਿ it was a couple events that probably would happen that probably put me like being a DJ. There were few things ਜਿੱਦਾਂ ਮੈਂ ਮੇਰੇ 3 boys ਮੁੰਡੇ ਹੋ ਗਏ ਸੀ and it was basically 2 ਚੀਜ਼ਾਂ ਹੋਈ, ਰਾਈਟ। I can kind of talk about it. ਪਹਿਲੀ ਤਾਂ ਇਹ ਸੀ ਕਿ ਜਿਹੜਾ ਮੇਰਾ ਪਹਿਲਾ ਮੁੰਡਾ ਸੀ, ਰਾਈਟ, he was in school, ਜਿੱਦਾਂ ਆਪਾਂ ਪੰਜਾਬੀ ਹੈ, ਵੈਰੀ ਸਮਾਲ ਕਮਿਊਨਿਟੀ, ਰਾਈਟ। ਸਾਡੇ ਜਦੋਂ ਆਪਾਂ ਦਸਤਾਰ ਪਾਈ ਦਾ ਗੁਰੂ ਦੋ ਮੰਨੀ ਦਾ
So we definitely did America, which we're still not that known, if I would say. People, think that we are someone else, but काफ़ी बारी मैं लोगों ने कहना कि just Google करो what Sikhs are, so that people they know more about what we are, right? So my son, who was like literally kindergarten or starting like early school, he went through a lot of issues, when sir से जुड़ा करके जाना school and ਕੀ ਬੁਲੀ ਕਰਦੇ ਸੀ ਬੱਚੇ ਉਸ ਨੂੰ? it ਬੱਚੇ ਵੀ ਸੀ, teacher ਵੀ involved ਸੀ, I would say. It was more of like question was, hey, is he fitting in, right? So ਮੈਨੂੰ question ਆਇਆ ਕਿ is he fitting in? ਮੈਂ ਕਿਹਾ yes, of course he's fitting in. ਕੀ problem ਹੈ, right? ਕਹਿੰਦੇ ਨਹੀਂ, ਇਹ different ਆ, right? You need to talk to leaders ਕਿ ਤਾਂ ਉਹ ਟਾਈਮ 'ਚ ਨਾ ਮੇਰੇ ਮਨ 'ਚ ਨਾ ਇੱਕ doubt ਆ ਗਿਆ ਕਿ am I even included, right? Is my family gonna be included? So then ਮੈਂ गया मत्था टेकिया and I talked to Baba Ji Nal, and then it was more like do your own thing, so I give you all power, do your own thing. मैं कहा चलो ठीक है, music is what we do. मैं कहा DJ दा काम is it's pretty getting popular, हर wedding हर party से DJ होंदे हैं, it's a profession you can build as a career. मैं कहा चलो इन्हें try कर लेने as a DJ, and then अगर मेरा काम चल गया then future these kids will weekend कुछ नहीं, weekend they can get busy. रोटी पानी चलता रहेगा, that was my idea then. It wasn't like about establishing me as a DJ and then sitting here with V Media doing an interview. I never planned this, it just happened. तो फिर वो गल हो गई, and then मैं शुरू कर लिया काम. I started and I did well. जितना मैं बॉलीवुड भी कितना, पंजाबी भी कितने, इंग्लिश भी कर ली. I'm a club DJ here. एक क्लब च मैं करना, I'm probably the only Indian, born Indian, who's in American club full time. तो वो चीज़ां were very successful. Like when I look back at what I've achieved, so me, like I took that decision. I'm here now, so that's how I got here. So again, how did I get here? I don't know. It just happened, but I'm here now. So ਇਹ ਬੜਾ ਵਧੀਆ ਗੱਲ ਹੈ, ਕਿਉਂਕਿ ਦੇਖੋ ਬੱਚਿਆਂ ਨੂੰ ਵੀ ਪ੍ਰੋਬਲਮਸ ਆਉਂਦੀਆਂ, ਪਰ ਫਿਰ ਵੀ ਜਦੋਂ ਪੇਰੈਂਟਸ ਅੱਗੇ ਵੱਧ ਜਾਂਦੇ ਹੈ ਔਰ ਕਿਸੇ ਨਾ ਕਿਸੇ ਤਰੀਕੇ ਨਾਲ ਬੱਚਿਆਂ ਨੂੰ ਵੀ ਨਾਲ ਅੱਗੇ ਲੈ ਕੇ ਜਾਂਦੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ, ਔਰ ਲੋਕਾਂ ਨੂੰ ਵੀ ਦੱਸਣਾ ਬੜਾ ਜ਼ਰੂਰੀ ਹੈ ਕਿ ਅੱਜ ਅਸੀਂ ਸਿੱਖ ਕੌਣ ਹੈਗੇ ਹਾਂ, ਔਰ ਡੈਫੀਨੇਟਲੀ ਗੱਲ ਹੈ ਤਾਂ ਕਿ ਲੋਕ ਸਾਨੂੰ ਵੱਖ-ਵੱਖ ਧਰਮਾਂ ਨਾਲ ਜੋੜ ਕੇ ਵੇਖਦੇ ਆ, ਸਾਡੀ ਦਸਤਾਰ ਨੂੰ ਹੋਰਨਾਂ ਧਰਮਾਂ ਨਾਲ ਜੋੜ ਕੇ ਵੇਖਦੇ ਆ, ਉਹਨਾਂ ਨੂੰ ਦੱਸਣਾ ਕਿ ਸਾਡਾ ਧਰਮ ਅਲੱਗ ਹੈ, ਸਿੱਖ ਧਰਮ ਡੈਫੀਨੇਟਲੀ ਗੱਲ ਹੈ ਕਿ ਹੋਰਨਾਂ ਧਰਮਾਂ ਨਾਲੋਂ ਵੱਖ ਹੈ, ਔਰ ਸਾਡੀ ਜਿਹੜੀ ਦਸਤਾਰ ਹੈ ਜਿਹੜੀ ਰਿਪਰੈਜ਼ੈਂਟ ਕਰਦੀ ਹੈ ਇਹ ਵੱਖਰੀ ਇੱਕ ਤਰ੍ਹਾਂ ਦੀ ਦਸਤਾਰ ਹੈ, ਸਾਨੂੰ ਹੋਰ ਕਮਿਊਨਿਟੀਜ਼ ਨਾਲ ਮਿਲ ਕੇ ਦੇਖਿਆ ਜਾਏ। ਬਹੁਤ ਵਧੀਆ ਤਰੀਕੇ ਨਾਲ ਤੁਸੀਂ ਗੱਲ ਕੀਤੀ ਹੈ। ਪਰ ਡੀਜੇ ਵਿੱਚ ਅਸੀਂ ਕਈ ਵਾਰੀ ਦੇਖਦੇ ਹਾਂ ਲੋਕਾਂ ਦਾ ਨਾਮ ਹੁੰਦਾ ਅਲੱਗ, ਲੇਕਿਨ ਡੀਜੇ ਦਾ ਨਾਮ ਹੁੰਦਾ ਅਲੱਗ। ਤੁਹਾਡਾ ਵੀ ਕੋਈ ਡੀਜੇ ਨਾਮ ਹੈ? ਹਾਂਜੀ, ਮੇਰਾ ਨਾਂ ਹੈ ਡੀਜੇ ਬੈਨੀ, ਇਟਸ BENNI। ਇਹ ਬੈਨੀ ਕਿਵੇਂ ਪਿਆ ਤੁਹਾਡਾ ਨਾਮ? ਇਹ ਵੀ ਵਧੀਆ ਸਟੋਰੀ ਹੈ। ਇਟਸ ਐਕਚੁਅਲੀ ਆਈ ਵੁੱਡ ਸੇ ਲਾਈਕ ਅ ਵੀਅਰਡ ਸਟੋਰੀ, ਬਟ ਆਈ ਕੈਨ ਸ਼ੇਅਰ ਇਟ ਵਿਦ ਯੂ। ਜੀ। ਇਹ ਬੇਸਿਕਲੀ ਮੈਂ ਜਦੋਂ ਮਿਊਜ਼ਿਕ ਦੇ ਵਿੱਚ ਵੜਿਆ ਐਜ਼ ਅ DJ, right? Even before that, right? I was always following a lot of different genres of music. ਹਾਂਜੀ। ਜਦੋਂ ਇੱਕ ਤਾਂ ਆਪਣਾ ਚਲੋ ਪੰਜਾਬੀ ਮਿਊਜ਼ਿਕ ਹੈ ਹੀ, and kudos to our Punjabi artists ਜਿਨ੍ਹਾਂ ਨੇ ਇੰਡੀਆ 'ਚ ਰਹਿ ਕੇ they are the first to create their own music, which is world level popular. ਜਿੱਦਾਂ goes back to like ਪੰਜਾਬੀ MC and ਜਿੰਨੇ ਆਪਣੇ ਜੈਜ਼ੀ ਬੀਅਰ ਪੁਰਾਣੇ ਆਰਟਿਸਟ ਜਿਹੜੇ ਸੀ, they did it, ਜੱਗੀ ਡੀ, and then ਨਵੇਂ ਆਰਟਿਸਟ ਆਏ ਨੇ, ਮਿਕੀ ਸਿੰਘ and ਜਿਹੜੇ ਕਰਨ ਔਜਲਾ, ਦਿਲਜੀਤ, all these people, so they took it to another level. But then ਮੇਰਾ ਕੀ ਸੀ ਕਿ when I started, I was looking at different genres, right? ਮੇਰਾ ਆਈਡੀਆ ਸੀ ਕਿ ਜਿਹੜਾ ਮਿਊਜ਼ਿਕ ਦੇ ਵਿੱਚ I understand frequencies, as being an engineer, so ਮੈਨੂੰ ਸੀ ਕਿ ਚਲੋ ਜਿਹੜਾ music is a medicine, is nothing but a medicine. So music will heal a lot of mental problems in the future. ਹੁਣ ਤਾਂ ਸ਼ੁਰੂ ਹੋਇਆ, but as we understand music more, we'll definitely use it as a medicine going forward. ਤੇ ਉਹਦੇ ਵਿੱਚ ਕੀ ਸੀ, ਜਦੋਂ when I was exploring different genres, I came across this Swedish artist, ਠੀਕ ਹੈ, ਇਹਦਾ ਨਾਂ ਸੀ Avicii. he was like a Swedish EDM artist. ਉਹ ਵੀ ਇੱਕ ਕਿਸੇ ਫਰੈਂਡ ਨੇ ਮੈਨੂੰ ਦੱਸਿਆ ਉਹਦੇ ਬਾਰੇ. I'm very thankful to her. And then ਜਦੋਂ ਮੈਂ ਦੇਖਿਆ, I was like, oh, this artist is really good, right? So I started following him, and then I realized I was already following him as Tim Berling. So ਮੈਂ ਪਹਿਲਾਂ ਤੋਂ ਉਹਨੂੰ follow ਕਰ ਰਿਹਾ ਸੀ as an underground artist. ਜੀ। ਜਦੋਂ ਮੈਂ ਦੇਖਿਆ ਇਹ Tim Berling ਹੈ, and then there is Avicii who's so popular, तो मैं क्या वो भी आप बिनिंदर सिंह करके बैनी भी कर सकते popular, right?
So that was my thought process of, I want to define something different, when I'm trying to create a genre of music or जी, a style of my own, right? So ਜਦੋਂ ਮੈਂ Benny na choose ਕੀਤਾ, it was, again, it ends with two eyes, and this was back in 2014-15. So the idea was, again, like, the guy with two eyes, and then just like Avicii. Avicii ਦਾ ਮੈਂ ਦੇਖਿਆ ਸੀ, ਉਹਨੇ EDM music ਲਿਆ, he took country music, he merged it, ਉੱਥੇ Ultra Music Festivals, he got booed for that thing, but he kept going, and then suddenly he was Billboard like top 20, top 30, like, very soon. So he followed his heart, he followed his passion, and he was successful. That's what I'll tell all my young fellow people here: follow your passion, respect the art, put some dedication, and you'll get there. तो ਇਹ ਚੀਜ਼ਾਂ ਤੋਂ then Benny was formed with that idea. क्या बात है, बड़ी ਵਧੀਆ ਸਟੋਰੀ ਦੱਸੀ ਕਿੱਥੋਂ ਦੀ ਕਿੱਥੋਂ ਸ਼ੁਰੂ ਹੋਇਆ। ਮੈਨੂੰ ਬਹੁਤ ਜ਼ਰੂਰੀ ਹੈ ਕਿ ਇੱਕ ਅਜਿਹਾ ਨਾਮ ਚੂਜ਼ ਕਰਨਾ ਔਰ ਜਿਹੜਾ ਲੋਕਾਂ ਦੇ ਮੂੰਹ ਤੇ ਚੜ ਵੀ ਜਾਏ। ਔਰ ਬੈਨੀ ਅੱਜ ਡੈਫੀਨਿਟਲੀ ਰਾਲੇ ਵਿੱਚ ਅਸੀਂ ਆਉਂਦੇ ਹਾਂ ਤਾਂ ਰਾਲੇ ਵਿੱਚ ਡੀਜੇ ਬੈਨੀ ਦਾ ਨਾਮ ਜਿਹੜਾ ਬਿਲਕੁਲ ਅੱਜ ਲੋਕਾਂ ਦੇ ਮੂੰਹ ਤੇ ਚੜਿਆ ਹੋਇਆ। ਥੈਂਕ ਯੂ ਵੈਰੀ ਮਚ। ਪਰ ਇਹ ਵੀ ਜ਼ਰੂਰ ਅਸੀਂ ਜਾਣਨਾ ਚਾਹਾਂਗੇ ਕਿਉਂਕਿ ਅਮਰੀਕਾ ਵਿੱਚ ਅੱਜ ਅਸੀਂ ਬੈਠੇ ਹਾਂ, ਅਮਰੀਕਾ ਦਾ ਜਿਹੜਾ ਯੂਥ ਹੈ ਉਹ ਮਿਊਜ਼ਿਕ ਲਵਰ ਹੈ, ਰਾਈਟ, ਉਹਨੂੰ ਡਿਫਰੈਂਟ ਕਾਈਂਡ ਦਾ ਮਿਊਜ਼ਿਕ ਪਸੰਦ ਹੈ, ਠੀਕ ਹੈ। ਸੋ ਇੱਕ ਡੀਜੇ ਲਈ ਕੀ ਸਭ ਤੋਂ ਵੱਡਾ ਚੈਲੰਜ ਆਉਂਦਾ ਹੈ ਅਮਰੀਕਾ ਵਿੱਚ? Right, I mean that's a very loaded question, because like I said, right, DJ is subjective, right? So people, like, going back to people associate themselves as music as part of them. It's not a different subject for them, it's actually part of them. What defines a human being is the music, right? So in America, if you look at the history of music, I've been following American music for a very long time. I got lucky that, jab MTV shuru hoya si India, which, it was literally, my neighbor was running a satellite. So we got introduced to it very early. So I got into the American music at a very early phase of life. India che mostly European music za chalda si tado, but then American and 90s, which, there was a lot of, like, itho revolution bahut si, the hip hop came in, right? 90s, and then house music shuru hoya si just few years back. Then grunge had started back in, like, Seattle side. So a lot of artists were coming, they were basically doing experimentals, I would say, with genres, and they were trying to also express themselves with music, because they would associate them with music and express it in such a way. So it became very, I would say, very exciting for a lot of people, to take music as, a journey with them, right? So there was a whole idea of me, like, trying to explore different genres. So going back to, like, it was, for us, it was more like, chalo appa, I want to start experimenting things and, basically do something with it. So to me also, it was all started with, like, some experimentation on, what I want to do in life. But yeah, music became like a medium, and then Americans were, during that time, as a lot of experimentals men's were going, people figured things out in America, right? And they associated so strongly with it. It becomes very difficult when it comes to American people to play music. पर आजकल म्यूजिक ਵਿੱਚ ਨਾ बीट्स ਦੀ ਅਹਿਮੀਅਤ ਬਹੁਤ ਜ਼ਿਆਦਾ ਹੈ, right? ਕਿਉਂਕਿ ਇਮੋਸ਼ਨਸ ਤਾਂ ਡਿਫਰੈਂਟ ਗੱਲ ਹੈ, ਲੇਕਿਨ ਬੀਟਸ ਦੀ ਵੈਲਿਊ ਬਹੁਤ ਜ਼ਿਆਦਾ ਹੈ। ਬੀਟਸ ਤੇ ਹੀ ਜਿਹੜੇ ਨੇ ਪੈਰ ਥਿਰਕਦੇ ਨੇ। ਪਰ ਜਦੋਂ ਅਸੀਂ ਪੰਜਾਬੀ ਮਿਊਜ਼ਿਕ ਦੀ ਗੱਲ ਕਰਦੇ ਹਾਂ, ਪੰਜਾਬੀ ਮਿਊਜ਼ਿਕ ਤੇ ਅਮਰੀਕਨਸ ਦਾ ਕੀ ਰਿਐਕਸ਼ਨ ਆਉਂਦਾ ਸਾਹਮਣੇ? Right, very good question. So again, building on the previous question to this one, so Americans is very difficult to play music because they associate with it, right? ਹੁਣ same ਜਦ ਆਪਣਾ ਪੰਜਾਬੀ music ਹੈ, right? ਪੰਜਾਬੀ music is very unique. It's very different, right? It's not a regular music, because we use our own instruments, which are very beautiful, right? And it has been successful. जब आप वही music we play for American people who are already established in their music world, they feel it brings excitement. They get excited, but at the same time, I cannot do it for 1 hour. The way I do it is I'll throw it in a little bit, throw beats paate apne, just to give them a little recipe of, hey, this is what it is, and then they start researching into, oh, this is really nice, तो beat toll nu like kar de? Yeah, they absolutely. Americans toll gets it going. It has toll de vich kida, there's high frequency, low frequency together. It's one instrument that brings both together, so it gets people going. So it covers a big spectrum. If you look at the whole spectrum of music, if you analyze music,
there's lows, there's mids, and there's highs. So जी. the toll covers a lot of that area. right So toll naate tumbi pati, tumbi is a melody that goes in the middle. So it covers like a big spectrum. It is very musical. It's very beautiful. ਤੇ ਉਹ ਚੀਜ਼ people Americans love it. Yeah, ਤੁਸੀਂ I mean, ਡੀਜੇ Punjabi ਕਲੱਬਸ music. ਤੁਸੀਂ ਡੀਜੇ ਕਲੱਬ ਵਿੱਚ ਵੀ ਕਰਦੇ ਹੋ ਔਰ ਡੀਜੇ ਵਿਆਹ ਤੇ ਵੀ ਜਾਂਦੇ ਹੋ ਪਾਰਟੀ ਤੇ ਵੀ ਜਾਂਦੇ ਹੋ ਸਭ ਤੋਂ ਵੱਡਾ ਫਰਕ ਕੀ ਹੈ ਕਲੱਬਸ ਔਰ ਵਿਆਹ ਵਿੱਚ ਤੋ ਕਲੱਬਸ ਦੇ ਵਿੱਚ ਜਿੱਦਾਂ ਯੂਜੂਅਲੀ ਕਹਿੰਦਾ ਕਲੱਬ ਦੇ ਵਿੱਚ ਜਿੱਦਾਂ ਅਸੀਂ ਜਦੋਂ ਓਨਰਸ ਨਾਲ ਗੱਲ ਕਰਨੇ ਆ ਨਾ ਸੋ ਮੈਂ ਪਹਿਲਾਂ ਜਦੋਂ ਮੈਂ ਆਈਵ ਹੈਲਡ ਫਿਊ ਰੈਜ਼ੀਡੈਂਸੀ ਇੱਥੇ ਕਲੱਬ ਵਿੱਚ ਮੈਂ ਰਾਲੇ 'ਚ ਰੈਜ਼ੀਡੈਂਟ ਡੀਜੇ ਸੀ ਇਨ ਗਲੈਨਵੁੱਡ ਐਂਡ ਨਾਓ ਆਈ ਐਮ ਡੀਜੇਇੰਗ ਇੱਥੇ there's a Duke club ਜੀ in Durham ਉੱਥੇ ਮੈਂ resident DJ ਆ like you know I'm a resident DJ there so ਅਸੀਂ we sit with the owners we tell them ਕਿ ਤੁਹਾਡਾ vibe ਕੀ ਹੈ right you tell me what your vibe ਕਿਸ ਤਰ੍ਹਾਂ is ਦੀ ਆਡੀਅנס ਆਏਗੀ ਕਿਸ ਤਰ੍ਹਾਂ ਦੀ ਤੁਹਾਨੂੰ audience ਚਾਹੀਦੀ ਹੈ ਜਦੋਂ we negotiate on some terms there's a lot of negotiation that happens ਕਿ ਅਸੀਂ ਇਹ ਕਰਨਾ ਹੈ because as a DJ too I'm an artist so I want to put something out because what I believe in there's I have my own belief system in one way so ਜਦੋਂ ਆਪਾਂ ਉਹ figure out ਕਰਨੇ ਆ then you know it becomes we come up with a plan so ਉਹਦੇ ਵਿੱਚ ਅਸੀਂ ਜਿੱਦਾਂ there's a lot of different genres ਜੋ ਚੱਲਦੇ the club is lot of pop ਜਿਹੜਾ popular ਜਿਹੜਾ music ਹੁੰਦਾ ਨਾ ਉਹਨੂੰ ਆਪਾਂ pop ਕਹਿੰਦੇ ਆ right but pop ਦੇ ਵਿੱਚ there's different genres in that there's R&B hip hop ਸਾਰਾ ਕੁਝ ਆ ਹੀ ਜਾਂਦਾ ਹੈ end of the day it all depends on ਕਿਹੜੇ artist ਚੱਲ ਰਹੇ ਨੇ ਕਿਹੜੇ ਨਹੀਂ ਚੱਲ ਰਹੇ ਨੇ ਕਿਹੜੇ ਗਾਣੇ ਚੱਲ ਰਹੇ ਨੇ and the media has a lot to do with that you know so you know you guys have a lot of power so in that case you know ਉਹ ਆਪਾਂ there's a set we create right and then we stick around that set and then we basically go with that they ਉਹਦੇ ਵਿੱਚ ਅਗਰ ਨਈ ਆਡੀਅנס ਆ ਰਹੀ ਨੇ you know liking it will make some changes so it's a very progressive thing ਪਰ ਇੱਕ ਡੀਜੇ ਨੂੰ ਆਪਣੇ ਆਪ ਨੂੰ ਅਪਡੇਟ ਰੱਖਣਾ ਬੜਾ ਜ਼ਰੂਰੀ ਹੈ ਕਿਉਂਕਿ ਹਰ ਰੋਜ਼ ਪਤਾ ਨਹੀਂ ਕਿੰਨੇ ਸੌਂਗਸ ਰਿਲੀਜ਼ ਹੁੰਦੇ ਨੇ ਔਰ ਉਹਨਾਂ ਚੋਂ ਕਈ ਪਪੂਲਰ ਬਣ ਜਾਂਦੇ ਨੇ ਹਿੱਟ ਹੋ ਜਾਂਦੇ ਨੇ ਔਰ ਡੈਫੀਨਿਟਲੀ ਗੱਲ ਹੈ ਕਿ ਜਿਹੜੀ ਯੂਥ ਜਿਹੜੀ ਚੋਇਸ ਹੈ ਨਾ ਉਹ ਲਗਾਤਾਰ ਵੱਧਦੀ ਜਾ ਰਹੀ ਹੈ ਕੋਈ ਯੂਥ ਕਹਿੰਦਾ ਕਿ ਨਹੀਂ ਮੈਂ ਪੁਰਾਣੇ ਗਾਣੇ ਤੇ ਨੱਚਣਾ ਹੈ ਕੋਈ ਯੂਥ ਕਹਿੰਦਾ ਕਿ ਨਹੀਂ ਮੈਂ ਅੱਜ ਦੇ ਗਾਣੇ ਤੇ ਨੱਚਣਾ ਹੈ ਤਾਂ ਤੁਸੀਂ ਆਪਣੇ ਆਪ ਨੂੰ ਕਿੰਨਾ ਅਪਡੇਟ ਰੱਖਦੇ ਹੋ ਬਹੁਤ ਜ਼ਿਆਦਾ ਸੋ ਬਹੁਤ ਜ਼ਿਆਦਾ ਅਪਡੇਟ ਕਰਨਾ ਪੈਂਦਾ ਹੈ ਬਿਕੋਜ਼ ਬੇਸਿਕਲੀ ਆਮ ਲਿਸਨਿੰਗ ਟੂ ਮਿਊਜ਼ਿਕ ਆਲ ਦ ਟਾਈਮ ਐਂਡ ਦਿਸ ਇਜ਼ ਸਮਥਿੰਗ ਅਗੇਨ ਇਹ ਮੇਰੀ ਹੈਬਿਟ ਹੈ ਇਟਸ ਸਮਥਿੰਗ ਆਈਵ ਬੀਨ ਡੂਇੰਗ ਫॉर years so it's nothing new for me because that's what I was ਮੈਂ ਇੰਡੀਆ ਤੋਂ ਵੀ ਜਦੋਂ ਮੈਂ ਮੇਰੇ ਫਰੈਂਡਸ ਵੀ ਟਾਕ ਟੂ ਮਾਈ ਫਰੈਂਡਸ they'll tell you ਕਿ ਸੀਡੀਆਂ ਲੈ ਕੇ we should have like Discman ਇੰਨੀ ਸੀਡੀਆਂ I should like take a whole bag of CDs and literally cassettes to ours way back right हर जगह so I keep updating myself आजकल Spotify and all this Pandora there's so much you can learn like so much music out there ਤੇ update ਤੇ ਅਸੀਂ ਕਰਦੇ ਰਹਿੰਦੇ ਹਾਂ ਤੇ ਸਾਡੇ if you look at you know there's billboards on there you know there's US top 40s ਚੱਲਦੇ ਆ ਹੁਣ ਤਾਂ ਚਲੋ MTV is slowing down Channel V but there's so much online stuff you know it's very easy to catch up with new stuff TikTok is big right now all these Gen Zs you know ਸਾਰਾ TikTok ਤੋਂ learn ਕਰਦੇ ਆ right so it's so much out there so it's not difficult to catch up with things the only thing is how long can you do it for that's the biggest challenge is you can do it but you know when you're very passionate for things you'll do it for a long time ਬਿਲਕੁਲ ਜਨਰੇਸ਼ਨਸ ਦੇਖੋ ਚੇਂਜ ਹੁੰਦੀਆਂ ਜਾ ਰਹੀਆਂ ਪਹਿਲਾਂ ਟੇਪਸ ਹੁੰਦੀਆਂ ਸੀ ਉਸ ਤੋਂ ਬਾਅਦ ਸੀਰੀਜ਼ ਆਈਆਂ ਫਿਰ DVDs ਆਈਆਂ ਯੂ نو ਉਸ ਤੋਂ ਬਾਅਦ ਅੱਜ ਪੈਨ ਡਰਾਈਵਸ ਦਾ ਜ਼ਮਾਨਾ ਸੀ ਅੱਜ ਸਾਰਾ ਆਨਲਾਈਨ ਹੋ ਚੁੱਕਾ ਹੈ ਕਲਾਊਡ ਸਿਸਟਮ ਹੋ ਚੁੱਕਾ ਹੈ ਔਰ ਅੱਜ ਤਾਂ AI ਦਾ ਜ਼ਮਾਨਾ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਜ਼ਮਾਨਾ ਹੈ ਪਰ ਇੱਕ ਡੀਜੇ ਲਈ ਕਿੰਨਾ ਮੁਸ਼ਕਿਲ ਹੁੰਦਾ ਹੈ ਮੈਨੂਅਲ ਔਰ AI ਨੂੰ ਚੂਜ਼ ਕਰਨਾ ਕਿਉਂਕਿ ਅੱਜ ਈਜ਼ੀ ਵੀ ਬਹੁਤ ਹੈ ਪਰ ਜਦੋਂ ਅਸੀਂ ਮੈਨੂਅਲ ਦੇਖਦੇ ਹਾਂ ਤਾਂ ਉਹ ਟਫ ਵੀ ਬਹੁਤ ਹੈ ਕੀ ਕਹੋਗੇ right so again that's a very good question given the time we are in this is definitely an AI world ਇੱਥੇ ਕਾਫੀ ਚੀਜ਼ਾਂ ਫਿਰ jobs are getting automated you know so ਮੈਂ youngsters ਨੂੰ ਕਹਿਣਾ ਕਿ work on your skills you know find a passion and stick to it you know because you know as you do more you know you're just gonna get in a better situation ji te AI da zamana hega you're right and there's a lot of music there are AI tools out there they will create a lot of set for you right but the whole idea of DJing right it's own you need to have your unique identity ਜਿੱਦਾਂ ਤੁਸੀਂ ਕੋਈ ਚੀਜ਼ use ਕਰਕੇ ਤੁਸੀਂ ਗਾਣੇ ਬਣਾ ਲਏ right you can go to my SoundCloud and you know you can go to my YouTube you can download my mixes play it yes you can do it but for how long so any DJ needs an identity you know you need to be able to you know figure things out DJ the biggest challenge is like you know as a DJ is not about playing music it's about you're going to get challenged with technology with ideas with people and how you're going to come out of that is that what makes you a good DJ
ਇਹ ਚੀਜ਼ ਹੈਗੀ ਹੈ so it's about how you cope up with the challenge and once you figure that out and or you find a good mentor like you know I'm always mentoring young kids you know if any one of you want to reach out to me I'm there for you guys you know in that case you know there's some things I can teach you but there are a lot of things you have to learn on your own ਇਹ ਚੀਜ਼ਾਂ ਹੈਗੀਆਂ so it's about coping with ideas and figuring things out and how to get a dance floor going because your goal is to get people going ਬਿਲਕੁਲ ਉਹਦੇ ਵਿੱਚ there's going to be a lot of challenges but the key element is how do you calm yourself and how do you execute it that's more important ਬਿਲਕੁਲ ਪਰ ਅੱਜ ਡੀਜੇ ਫੀਲਡ ਵਿੱਚ ਕੰਪੀਟੀਸ਼ਨ ਕਿੰਨਾ ਜ਼ਿਆਦਾ ਹੈ ਕਿਉਂਕਿ ਅੱਜ ਅਲੱਗ-ਅਲੱਗ ਬੱਚੇ ਜਿਹੜੇ ਨੇ ਡੀਜੇ ਵਿੱਚ ਆਉਣਾ ਚਾਹ ਰਹੇ ਨੇ ਕੀ ਉਹਨਾਂ ਨੂੰ ਪਤਾ ਹੈ ਕਿ ਡੀਜੇ ਹੁੰਦਾ ਕੀ ਆ ਕਿਸ ਤਰ੍ਹਾਂ ਕੰਮ ਕਰਦਾ ਕਿਉਂਕਿ ਉਹ ਵੀ ਇੱਕ ਤਰ੍ਹਾਂ ਨਾਲ ਕੰਪੀਟੀਸ਼ਨ ਦਿੰਦੇ ਨੇ ਪਰ ਉਹ ਲੋਕੀ ਵੀ ਨਹੀਂ ਸਮਝ ਪਾਉਂਦੇ ਲੋਕੀ ਸਿਰਫ ਪ੍ਰਾਈਸ ਦੇਖਦੇ ਨੇ ਕਿ ਜਿਹਦਾ ਪ੍ਰਾਈਸ ਘੱਟ ਹੈ ਅਸੀਂ ਉਸ ਨੂੰ ਚੂਜ਼ ਕਰੀਏ ਪਰ ਕੀ ਡੀਜੇ ਦੀ ਅੱਜ ਅਸਲ ਲਾਈਫ ਕੀ ਹੈ ਲਾਈਫ ਉਦਾਂ ਦਾ ਲਾਈਕ ਜਦੋਂ ਤੁਸੀਂ ਦੇਖੋਗੇ ਨਾ ਲਾਈਫ ਹੈਜ਼ ਬੀਨ it has been challenging because it's end of the day it's technology right ਤੁਸੀਂ ਦੇਖੋਗੇ ਤਾਂ ਜਦ ਆਪਾਂ technology is always going to improve right ਜਿੱਦਾਂ to DJing like 10-20 years back was really tough right it was really tough because ਅਸੀਂ vinyl te like you know we do vinyls and all that right I still will do some vinyls here and there just for fun I'm teaching you know the young generation also how to use right but with technology right things become easier and easier right so I would say that to see a young DJ you know they come out you know they lowball you know they'll pick things up but the biggest challenge is you know like again like how do you make yourself unique because ਉਹਦੇ ਚ ਉਹੀ ਗੱਲ ਹੁੰਦੀ ਹੈ ਕਿ like you know you need to be consistent with things right and then keep building up and every time come up with something new every time come up with something new so that people are they didn't expect that because you know the moment you become predictable then there's a downfall so then you come up with new ideas so always have like 10 ideas ready with you and then you know keep building on it basically ਬਿਲਕੁਲ ਪਰ ਡੀਜੇ ਦਾ ਅੱਜ ਰੀਅਲ ਸੱਚ ਕੀ ਹੈ ਕਿਉਂਕਿ ਕਈ ਬੱਚੇ ਸੋਚਦੇ ਨੇ ਕਿ ਡੀਜੇ ਵਿੱਚ ਨਾ ਕਮਾਈ ਬਹੁਤ ਜ਼ਿਆਦਾ ਹੈ ਅਸੀਂ ਕਲੱਬ ਵਿੱਚ ਜਾਵਾਂਗੇ ਵਿਆਹ ਕਰ ਲਾਂਗੇ ਤੇ ਵਿਆਹ ਵਿੱਚ ਸਾਡਾ ਡੀਜੇ ਚੱਲ ਜਾਏਗਾ ਤੇ ਕਮਾਈਆਂ ਬੜੀਆਂ ਜ਼ਿਆਦਾ ਨੇ ਕੀ ਰੀਅਲ ਸੱਚ it's challenging because you know going back to your previous question ਉਹਦੇ ਚ you know there are other DJs who will lowball you and trying to like get a gig just for fun but ਉਹਦੇ ਵਿੱਚ you know once you have the confidence ਕਿ ਚਲੋ you know you're different and you can deliver you know what has been expected then there's nothing to worry about because you know what you are and then ਬਾਕੀ ਜਿਹੜੇ ਕਰ ਰਹੇ ਨੇ let them do it you know and it's difficult but at the same time if you're good in it it's not that difficult ਪਰ ਡੀਜੇ ਕੀ ਹੈ ਫੁੱਲ ਟਾਈਮ ਜੌਬ ਹੈ ਜਾਂ ਸਾਈਡ ਜੌਬ ਕਰਨ ਦੀ ਲੋੜ ਪਏਗੀ starting ਚ ਤਾਂ definitely till you're good you cannot be a full time starting ਚ a lot of DJs you know they will DJ and then side they will do something I did the same right ਮੈਂ DJ ਸ਼ੁਰੂ ਕੀਤਾ ਸੀ I was doing IT as well but ਹੁਣ like you know I got a chance to you know do it full time because you know I can show that I can do better and you know I can sustain ਤੇ ਉਹਦੇ ਚ again that question it all depends on the individual but yeah there are full time DJs you know who are just doing it full time there are also DJs ਜਿਹੜੇ part time ਕਰਦੇ ਨੇ but again it all goes down to the people who hire DJs for their events do your research you know because you do one event wedding ਇੱਕ ਵਾਰੀ ਹੁੰਦੀ ਹੈ right so make sure you get the right DJ you know who has good experience obviously and who can deliver so again there might be a young guy who can deliver but then again it all depends on who the mentor is and what ਚੀਜ਼ਾਂ there are a lot of factors that come in ਜਿਹੜਾ ਬੱਚਾ ਇਸ ਡੀਜੇ ਪ੍ਰੋਫੈਸ਼ਨ ਵਿੱਚ ਆਉਣਾ ਚਾਹੁੰਦਾ ਹੈ ਉਸ ਨੂੰ ਸਭ ਤੋਂ ਪਹਿਲਾਂ ਕਿਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਕੀ ਇੱਕੋ ਹੀ ਲੈਪਟਾਪ ਦੇ ਥਰੂ ਡੀਜੇ ਬਣਿਆ ਜਾ ਸਕਦਾ ਹੈ ਡੀਜੇ ਚਲਾਇਆ ਜਾ ਸਕਦਾ ਹੈ ਜਾਂ ਫਿਰ ਬਹੁਤ ਇਨਵੈਸਟਮੈਂਟ ਦੀ ਜ਼ਰੂਰਤ ਪੈਂਦੀ ਹੈ ਅਲੱਗ-ਅਲੱਗ ਇੰਸਟਰੂਮੈਂਟਸ ਨੂੰ ਖਰੀਦਣ ਦੇ ਲਈ there's a good question investment ਤੇ ਹੈਗੀ it's a very about say let's start with like as a hobby it's a very expensive hobby ਕਿਉਂਕਿ ਅੱਜ ਕੱਲ੍ਹ ਦੇਖੋ ਬਹੁਤ ਡਿਫਰੈਂਟ ਸੌਫਟਵੇਅਰਸ ਵੀ ਆ ਰਹੇ ਹਨ right ਜਿਹਦੇ ਵਿੱਚ ਜਦੋਂ ਤੁਸੀਂ 3-4 ਗਾਣੇ ਪਾਉਂਦੇ ਹੋ ਤੁਹਾਨੂੰ ਰੀਮਿਕਸ ਕਰਕੇ ਦੇ ਦਿੰਦਾ right ਕੀ ਸਾਨੂੰ ਉਹਦੇ ਨਾਲ ਹੀ ਡੀਜੇ ਸ਼ੁਰੂ ਹੋ ਜਾਂਦਾ ਹੈ ਜਾਂ ਫਿਰ ਅਲੱਗ-ਅਲੱਗ ਇੰਸਟਰੂਮੈਂਟਸ ਦੀ ਜ਼ਰੂਰਤ ਪੈਂਦੀ ਹੈ you need other different things ਜਿੱਦਾਂ ਕੰਟਰੋਲਰਸ ਚਾਹੀਦੇ ਨੇ or your consoles speakers ਅੱਛੇ ਹੋਣੇ ਚਾਹੀਦੇ ਹੈ ਮਾਈਕਰੋਫੋਨ ਸਿਸਟਮ ਹੁੰਦਾ ਹੈ ਬਿਲਕੁਲ ਜਿੱਦਾਂ ਹਰ every time ਇੱਕ gig ਹੁੰਦੀ ਹੈ ਨਾ it will be a different requirement right right ਤੇ ਉਹਨੂੰ built up it's a built up and same time sustaining and delivering
ਕਿਉਂਕਿ ਇਹ ਚੀਜ਼ ਕਹਿੰਦਾ ਨਾ ਦਿਸ ਪ੍ਰੋਫੈਸ਼ਨ ਇਜ਼ ਇਹਦੇ ਜਿਹੜੇ ਮਿਸਟੇਕਸ ਹੁੰਦੇ ਨੇ ਇਜ਼ ਈਜ਼ੀ ਟੂ ਕੈਚ ਐਂਡ ਵਨਸ ਦੋਜ਼ ਆਰ caught it's very hard to reverse it ਕਿਉਂਕਿ it's literally like a one way street. So a lot of DJs I've seen, they will start really good and then after a while they'll fade out क्योंकि वो एक consistency and I think mentorship becomes a very very important thing. And I think that's true for any subject, not just DJing, but find a good mentor and stick with your mentor, learn from it. क्योंकि ये चीज़ है ना, it's a lot of learning. जैसे आज भी like I'm 10 years into this profession and then I feel like there's so much to learn. And every day I'm researching कुछ ना कुछ, I'm trying to figure things out. So there's a constant learning to it. ਬਹੁਤ ਜ਼ਰੂਰੀ ਹੈ ਵਾਕਈ। ਹੁਣ ਤੁਹਾਡੇ ਤੋਂ ਨਾ ਜ਼ਰੂਰ ਅਸੀਂ ਜਾਣਨਾ ਚਾਹਾਂਗੇ ਕਿਉਂਕਿ ਤੁਸੀਂ ਬਹੁਤ ਵਾਰੀ ਡੀਜੇ ਕਲੱਬਸ ਵਿੱਚ ਵੀ ਜਾ ਚੁੱਕੇ ਹੋ ਔਰ ਵਿਆਹ ਵਿੱਚ ਵੀ ਡੀਜੇ ਪਲੇ ਕਰ ਚੁੱਕੇ ਹੋ। ਕੋਈ ਐਸਾ ਐਕਸਪੀਰੀਅੰਸ ਜ਼ਰੂਰ ਤੁਸੀਂ ਸ਼ੇਅਰ ਕਰੋ ਜਿਹੜਾ ਤੁਹਾਨੂੰ ਲੱਗਿਆ ਹੋਵੇ ਕਿ ਇਹ ਅਨਫੋਰਗੇਟੇਬਲ ਐਕਸਪੀਰੀਅੰਸ ਰਿਹਾ ਮੇਰੇ ਲਈ। ਵੈਸੇ ਤਾਂ ਬਹੁਤ ਸਾਰੇ ਹੋਣਗੇ ਪਰ ਕੋਈ ਐਸਾ ਵੀ ਐਕਸਪੀਰੀਅੰਸ ਜੋ ਕਦੀ ਭੁਲਾਇਆ ਨਹੀਂ ਜਾ ਸਕਦਾ। ਖੱਟੇ ਮਿੱਠੇ ਤਜਰਬੇ ਜਿਹੜੇ ਹੁੰਦੇ ਆ। Yeah, ਹੈਗੇ ਉਹਦਾ there's few of them which are unforgettable. ਜਿੱਦਾਂ I see everything as like a learning experience. ਜਿੱਦਾਂ I want to share one thing ਜਿੱਦਾਂ ਜ਼ਰੂਰ ਬਹੁਤ and it's ਕਾਫੀ ਟਾਈਮ ਪਹਿਲਾਂ ਦੀ ਗੱਲ ਹੈ। ਮੈਂ and I'll tell you what I'll share it and I'll tell you what I learned from it, right? I'll tell you that. So ਬਿਲਕੁਲ again, like I'm not trying to point anyone, it's just an experience. Please, it happened please. And if you can relate to it, I'm sorry for that, but ਇੱਕ ਵਾਰ ਜਦੋਂ ਮੈਂ ਸ਼ੁਰੂ ਕੀਤਾ ਸੀ DJing, right, I was DJing Punjabi wedding ਬਹੁਤ ਪਹਿਲਾਂ ਦੀ ਗੱਲ ਹੈ, like almost 10 years, right? Obviously I was new, I was very excited, I knew I could handle it. ਤਾਂ ਮੈਂ wedding ਕਰ ਰਿਹਾ ਸੀ and I'm Punjabi wedding ਸੀ। I'm always excited to do Punjabi weddings, that's my passion. ਤਾਂ ਇੱਕ ਬੰਦਾ ਮੇਰੇ ਕੋਲ ਆਇਆ ਕਹਿੰਦਾ ਕਿ ਯਾਰ ਤੂੰ ਗਾਣਾ ਲਾ ਦੇ, ਰਾਈਟ? ਮੈਂ ਕਿਹਾ ਚੱਲ ਲਾ ਦੇਨੇ ਆ ਨਾ। ਸੋ ਇਟ ਵਾਜ਼ ਮੈਂ ਕਿਹਾ ਕਿਹੜਾ ਗਾਣਾ ਹੈ ਨਾ, ਇਹਦੇ ਜੱਸੀ ਗਿੱਲ ਦਾ ਲਾ ਦੇਣ ਕਰਕੇ ਗਾਣਾ ਨਿਕਲਿਆ ਸੀ ਤਾਂ ਇਟ ਵਾਜ਼ ਰੀਅਲੀ ਪਪੂਲਰ। ਤਾਂ ਮੈਂ ਕਿਹਾ ਠੀਕ ਹੈ ਚੱਲ ਲਾ ਦੇਨੇ ਆ, ਰਾਈਟ? I mean it's end of the day, people are having fun, let them enjoy it more, right? I was very new in the subject, right? ਤਾਂ ਮੈਂ ਉਹਦਾ ਗਾਣਾ ਲਾਤਾ, right? ਉਹਦੇ ਮੁੰਡੇ people they danced, ਚੱਲ ਰਿਹਾ ਸੀ, floor was like on and off, right? ਚੱਲ ਰਿਹਾ, it was just night was just starting. ਤਾਂ ਫਿਰ ਉਹ ਹੋ ਗਿਆ ਤਾਂ ਫਿਰ ਆ ਗਿਆ ਮੇਰੇ ਕੋਲ ਕਹਿੰਦੇ ਫਿਰ ਲਾ ਦੇ ਇੱਕ ਵਾਰੀ ਪਲੀਜ਼। ਅੱਛਾ ਦੁਬਾਰਾ ਮੈਂ ਕਿਹਾ ਚੱਲ ਲਾ ਦਿੰਦੇ ਆ, ਰਾਈਟ? ਬਿਕੋਜ਼ ਇਟਸ ਜਸਟ ਦ ਨਾਈਟ ਇਜ਼ ਸਟਾਰਟਿੰਗ, ਪੀਪਲ ਆਰ ਜਸਟ ਗੈਟਿੰਗ ਇਨ, ਦੇ ਗੈਟਿੰਗ ਗਰੂਵ, ਜੀ ਗਰੂਵ ਸ਼ੁਰੂ ਹੋਇਆ ਸੀ ਤਾਂ ਮੈਂ ਲਾਤਾ, ਰਾਈਟ? So then the ladies wanted some dance, so my ladies I started playing some Miss Pooja, that kind of stuff, थोड़ा गिद्दा type, just to get them going. तो ladies का dance थोड़ा शुरू हो गया, right? It was more like gents कर लेने, then ladies do it, and they all come together. इतना ज़रा setup, right? That's how it was like, their group was like kind of that, right? So I'm gonna keep the same vibe. तो ladies शुरू हो गई, so दे बंदा फिर आ गया मेरे को, right? कहता है फिर ला दे। मैं कह यार मैं हुनी 2 बारी लाता ना, like give it time. I know it's a nice new song निकले हैं, but we all get excited. But कोई भी गाना जदा अपन ना 1 2 3 बारी max we don't usually wedding से भी 1 बार 2 बारी कर लेने, पर ज़्यादा नहीं करना चाहिए। So उन्होंने जेब तो ना $100 कर ले। मैं कहा यार that's like a big amount, like अपन नवे DJ like $100 बड़ा वधिया। $100 is like 5-10% of my paycheck, right? मैं कहा चल very new, right? तो मैं कहा चल कर लेने अपा, like I'll play it, right? मैं रख ले, ठीक है, मैं पैसे रख ले साइड। तो मैं कहा चल I'll play। मैं कहा ਤੁਹਾਡਾ ਕੀ ਇੰਟਰੋਡਕਸ਼ਨ ਕੀ ਹੈ, like ਕਈ ਪੁੱਛਣਾ ਵੀ ਪੈਂਦਾ ਹੈ ਕਿ who are, ਇਦਾਂ ਨਹੀਂ ਕੋਈ ਵੀ ਆ ਕੇ ਰਿਕੁਐਸਟ ਕਰਦਾ ਮੈਂ ਮਾਮਾ। ਮੈਂ ਕਿਹਾ ਚਲੋ ਯਾਰ ਮਾਮਾ ਹੈ ਤਾਂ like ਵੱਡਾ ਰੋਲ ਹੈ, I'll do it, right? So it's very nice, it was very friendly conversation। ਤਾਂ ਫਿਰ ਮੈਂ I started like ਮੈਂ ਕਰ ਰਿਹਾ the ladies are going on, मैं Miss Pooja ਤਾਂ ਕਾਫੀ ਚੱਲ ਰਹੇ ਸੀ ਉਹਦੇ ਘਰ, so I was playing back to back, I was mixing it up. It was really a good groove, ladies were enjoying it, I could hear like screams and all that. I didn't want to change it। ਤੇ ਬੰਦਾ ਜਦੋਂ ਵੀ ਮੈਂ ਨਵਾਂ transition ਹੋਣ ਲੱਗੀ ਤਾਂ he was getting excited ਕਿ ਮੇਰਾ ਗਾਣਾ ਆਉਣ ਲੱਗ ਗਿਆ, and then boom ਨਹੀਂ ਵੱਜਿਆ। So I think he got annoyed, ਉਹਨੂੰ ਗੁੱਸਾ ਆ ਗਿਆ ਤੇ ਉਹ ਮੇਰੇ ਕੋਲ ਆ ਗਿਆ, and I could feel the energy like ਇੱਕਦਮ ਗੁੱਸੇ ਵਿੱਚ ਨਾ। ਕਹਿੰਦਾ ਮੇਰਾ ਗਾਣਾ ਕਿੱਥੇ ਗਿਆ? ਮੈਂ ਕਿਹਾ 2 ਵਾਰੀ ਲਾਇਆ, I'll play it ਨਾ, just let me just move, I'm a DJ, like I'm trying to। ਕਹਿੰਦਾ ਮੇਰਾ ਹੁਣੇ ਤੂੰ ਲਾ ਦੇ ਗਾਣਾ। मैं क्या मैं हुने नहीं ला सकता, I'm playing this song, let it finish, 2 मिनट रह गए ने और तो तुम पैसे रख लो अपने, I'll play it, still I'll play it। उन्हें पैसे ले and he just punched me on my face। तो मैं तो I was like okay ठीक है, thank you। मैं क्या I have 2 options, right now
मैं डीजे बंद करके मैं तेनू इतना कुटांगा that you will remember me, right? Because I'm way powerful. Or the other option is I'll tell your people to take you out of this room. So which one do you want to tell me? कहते दूसरा वाला ठीक है. So I called these people. मैं कहीं इन्होंने तो परे कर लो because you know I know इमाम जो भी है but you know I can't because he just punched me and I you know usually जितना पंजाबी you know we know how to give it back. So मैं वही पंजाबी सी तो मैं कहा चल ठीक है तू. So then it settled down. But what I learned कभी-कभी मतलब मार भी पै जाती है. पै जाती है. But what I learned from that is be like calmness, right? You need to learn how to be calm as a DJ. You cannot be aggravated. People will come, they'll push your buttons. You need to learn how to be calm because once you learn how to be calm, your show is going to go on. ਬਿਲਕੁਲ ਸ਼ੋ ਬਿਲਕੁਲ ਚੱਲਣਾ ਚਾਹੀਦਾ ਔਰ ਸਾਡੇ ਹੁਣ ਸ਼ੋ ਦਾ ਆਖਰੀ ਰਾਊਂਡ ਹੈ ਤੇ ਮੈਂ ਕਹਾਂਗਾ ਕਿ ਇੱਕ ਫਾਇਰ ਰੈਪਿਡ ਰਾਊਂਡ ਹੋ ਜਾਏ ਤੁਹਾਡੇ ਨਾਲ. ਹਾਂਜੀ ਹੋ ਜਾਏ. ਠੀਕ ਹੈ ਜੋ ਵੀ ਤੁਹਾਡੇ ਮਾਈਂਡ 'ਚ ਪਹਿਲਾ ਆਨਸਰ ਆਉਂਦਾ ਕੁਇਕਲੀ. ਠੀਕ ਹੈ ਵੈਡਿੰਗ ਡੀਜੇ ਜਾਂ ਕਲੱਬ ਡੀਜੇ? ਵੈਡਿੰਗ ਡੀਜੇ. ਵੈਡਿੰਗ ਡੀ ਕੀ ਬਾਤ ਹੈ. ਸਿੱਧੂ ਮੂਸੇਵਾਲਾ ਜਾਂ ਕਰਨ ਔਜਲਾ? ਲੋਕੀ ਕਿਹਨੂੰ ਪਸੰਦ ਕਰਦੇ? ਸਿੱਧੂ ਨੂੰ ਕਰਦੇ ਸੀ ਹੁਣ ਕਰਨ ਨੂੰ ਕਰਦੇ. ਕੀ ਬਾਤ ਹੈ. यूएसए क्राउड या फिर कनाडा क्राउड या फिर इंडिया क्राउड? यूएसए क्राउड. यूएसए क्राउड क्या बात है. भंगड़ा बीट या फिर ट्रैप बीट? भंगड़ा. भंगड़ा हमेशा चलता है. 100% भंगड़ा. चलो और डीजे लाइफ फन है या स्ट्रेस? फन while being stressed. क्या बात है. बहुत ਵਧੀਆ. ਸੋ ਅੱਜ ਬੈਨੀ ਤੁਹਾਡੇ ਨਾਲ ਗੱਲਬਾਤ ਕਰਕੇ ਬੜਾ ਮਜ਼ਾ ਆਇਆ. ਡੀਜੇ ਦੇ ਅਲੱਗ-ਅਲੱਗ ਪਹਿਲੂ ਸਮਝਣ ਨੂੰ ਸਾਨੂੰ ਮਿਲਿਆ ਕਿ ਕਿਸ ਤਰ੍ਹਾਂ ਅੱਜ ਡੀਜੇ ਦੀ ਲਾਈਫ ਵੀ ਈਜ਼ੀ ਨਹੀਂ ਹੁੰਦੀ ਹੈ. ਬਹੁਤ ਸਾਰੇ ਸਟ੍ਰੈਸ ਵਿੱਚੋਂ ਗੁਜ਼ਰਨਾ ਪੈਂਦਾ, ਬਹੁਤ ਸਾਰੇ ਚੈਲੰਜਸ ਵਿੱਚੋਂ ਗੁਜ਼ਰਨਾ ਪੈਂਦਾ ਔਰ ਕਈ ਮਾਮੇ ਚਾਚੇ ਆ ਕੇ ਮਾਰ ਵੀ ਦਿੰਦੇ ਨੇ. ਸਹੀ ਗੱਲ ਹੈ. ਬਹੁਤ ਵਧੀਆ. ਸੋ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਔਰ ਅੱਗੇ ਇਸੇ ਤਰ੍ਹਾਂ ਵੱਧਦੇ ਰਹੋ ਔਰ ਡੈਫੀਨੇਟਲੀ ਮੈਂ ਜਾਂਦੇ ਜਾਂਦੇ ਜ਼ਰੂਰ ਤੁਹਾਡੇ ਤੋਂ ਦਰਸ਼ਕਾਂ ਨੂੰ ਕਨਵੇ ਕਰਨਾ ਚਾਹਾਂਗਾ ਕਿ ਕਿਸੇ ਅਗਰ ਵਿਊਅਰ ਨੇ ਤੁਹਾਡੇ ਨਾਲ ਕੋਈ ਕੰਟੈਕਟ ਕਰਨਾ ਹੋਵੇ, ਤੁਹਾਡੇ ਡੀਜੇ ਨੂੰ ਹਾਇਰ ਕਰਨਾ ਹੋਵੇ, ਕਿਸ ਤਰ੍ਹਾਂ ਕਰ ਸਕਦਾ? ਤੁਸੀਂ ਆਪਣਾ ਫੋਨ ਨੰਬਰ ਜਾਂ ਈਮੇਲ ਐਡਰੈਸ ਦੇਣਾ ਚਾਹੋ ਤਾਂ? Yeah, see, पादांगे like we'll put it in the description definitely. of this. So मेरा email, phone number, सारा कुछ थल्ले होना है. So please, you know, email me, talk to me, call me up. अपना एक बार ईमेल बोल दो और फोन नंबर बोल भी दो. Definitely, मेरा email है Benny BENNIDJ@gmail.com. Again, 2 N's and 2 I's @gmail.com. मेरा personal phone number है 757-319-5505. Just send me a WhatsApp. You know, usually I don't pick up phone calls. I get so many phone calls. मैंने WhatsApp भेज दो. You know, send me your requirements, and I'll definitely get back. You know, ਜਦੋਂ time मिलता है. You know, and I'm very fortunate. ਵਰਮਾਨੀ ਸਾਹਿਬ ਆਏ ਨੇ. You know, we are media. You know, ਉਹਨਾਂ ਦਾ ਬਹੁਤ ਅੱਛੇ shows ਹੈਗੇ ਆ. You know, definitely thank you for promoting Punjabis in general. ਜਿਹੜਾ ਸਾਡੀ ਕੌਮ ਬਹੁਤ ਛੋਟੀ ਹੈ, but you know, an artist like me, we need support from my own people. So ਜਦੋਂ ਤੱਕ ਤੁਸੀਂ you won't support me, I'm not going anywhere. So ਇਹ ਗੱਲ ਸੀ and thank you so much for having me on this show and thank you very much everyone. Thank you so much. So ਇਹ ਸਨ ਬਨਿੰਦਰ ਸਿੰਘ ਉਰਫ ਬੈਨੀ ਜੋ ਕਿ ਬਹੁਤ ਹੀ ਵਧੀਆ ਰਾਲੇ ਵਿੱਚ ਇਸ ਸਮੇਂ ਡੀਜੇ ਨੇ ਔਰ ਹਰ ਤਰ੍ਹਾਂ ਦੇ ਇਵੈਂਟਸ ਨੂੰ ਆਰਗੇਨਾਈਜ਼ ਕਰ ਚੁੱਕੇ ਨੇ, ਚਾਹੇ ਉਹ ਕਲੱਬਸ ਦੀ ਗੱਲ ਹੋਏ, ਚਾਹੇ ਵੈਡਿੰਗਸ ਦੀ ਗੱਲ ਹੋਏ, ਚਾਹੇ ਬਰਥ ਪਾਰਟੀਜ਼ ਦੀ ਗੱਲ ਹੋਏ. ਯੂਥ ਨੂੰ ਆਪਣੇ ਵੱਲ ਅਟਰੈਕਟ ਕਰਨਾ ਬੈਨੀ ਬਖੂਬੀ ਜਾਣਦੇ ਨੇ ਕਿ ਕਿਸ ਤਰ੍ਹਾਂ ਯੂਥ ਨੂੰ ਅੱਜ ਨਚਾਇਆ ਜਾ ਸਕਦਾ ਉਂਗਲੀਆਂ 'ਤੇ ਕਿਉਂਕਿ ਡੀਜੇ ਨੇ. ਸੋ ਲਗਾਤਾਰ ਸਿੱਖੀ ਨੂੰ ਵੀ ਕਾਇਮ ਰੱਖਿਆ ਹੋਇਆ ਔਰ ਇਸੇ ਤਰ੍ਹਾਂ ਅੱਗੇ ਵਧ ਰਹੇ ਨੇ. ਅਗਲੇ ਹਫ਼ਤੇ ਇੱਕ ਹੋਰ ਸ਼ਖਸ ਨਾਲ ਤੁਹਾਡੇ ਰੂਬਰੂ ਹੋਵਾਂਗੇ. ਤਦ ਤੱਕ ਮੈਨੂੰ ਯਾਨੀ ਭੁਲੰਦਰ ਸਿੰਘ ਵਿਰਮਾਨੀ ਨੂੰ ਦਿਓ ਇਜਾਜ਼ਤ. ਧੰਨਵਾਦ.